ਹੈਲੋ ਫਰੈਂਡਸ, ਵੈਲਕਮ ਟੂ ਵੈਬ ਇਕਨੋਮਿਕਸ। ਉਮੀਦ ਹੈ ਤੁਸੀਂ ਸਾਰੇ ਠੀਕ ਹੋ, ਤੁਹਾਨੂੰ ਵੀਡੀਓਜ਼ ਦਾ ਬੈਨੀਫਿਟ ਹੋ ਰਿਹਾ, ਤੁਹਾਡੀ ਸਟੱਡੀ ਵਿੱਚ ਹੈਲਪ ਮਿਲ ਰਹੀ ਹੈ ਤੁਹਾਨੂੰ ਇਹਨਾਂ ਵੀਡੀਓਜ਼ ਦੀ। ਅੱਜ ਇਕਨੋਮਿਕਸ ਦੇ 4th ਲੈਕਚਰ ਵਿੱਚ ਆਪਾਂ ਗੱਲ ਕਰਾਂਗੇ ਕਿ ਨੇਚਰ ਕੀ ਹੈ ਇਕਨੋਮਿਕਸ ਦਾ, ਕਿਸੇ ਵੀ ਸਬਜੈਕਟ ਦਾ ਨੇਚਰ ਕੀ ਹੈ। ਇਹ ਇਸ ਗੱਲ ਲਈ ਹੁੰਦਾ ਹੈ ਕਿ ਪਤਾ ਕਰਨਾ ਕਿ ਉਹ ਸਬਜੈਕਟ ਸਾਇੰਸ ਹੈ ਜਾਂ ਫਿਰ ਉਹ ਸਬਜੈਕਟ ਆਰਟ ਹੈ। ਜੇਕਰ ਉਹ ਸਬਜੈਕਟ ਸਾਇੰਸ ਹੈ ਤਾਂ ਕਿ ਉਹ ਪੋਜ਼ਿਟਿਵ ਸਾਇੰਸ ਹੈ ਜਾਂ ਫਿਰ ਉਹ ਨੋਰਮੇਟਿਵ ਸਾਇੰਸ ਹੈ। ਸੋ ਅੱਜ ਆਪਾਂ ਇਕਨੋਮਿਕਸ ਬਾਰੇ ਇਹੀ ਜਾਣਾਂਗੇ ਕਿ ਕੀ ਉਹ ਸਾਇੰਸ ਹੈ, ਜੇ ਹੈ ਸਾਇੰਸ ਤਾਂ ਕਿ ਉਹ ਪੋਜ਼ਿਟਿਵ ਸਾਇੰਸ ਹੈ ਜਾਂ ਫਿਰ ਉਹ ਨੋਰਮੇਟਿਵ ਸਾਇੰਸ ਹੈ। ਸਭ ਤੋਂ ਪਹਿਲਾਂ ਜੋ ਮਾਡਰਨ ਇਕੋਨਮਿਸਟ ਨੇ ਸੈਮੁਅਲਸਨ, ਉਹਨਾਂ ਦੀ ਇੱਕ ਕੋਟ ਪੜ੍ਹ ਲੈਂਦੇ ਆ ਜਿਨ੍ਹਾਂ ਵਿੱਚ ਉਹ ਕਹਿੰਦੇ ਨੇ ਕਿ ਇਕਨੋਮਿਕਸ ਪੁਰਾਣੇ ਤੋਂ ਪੁਰਾਣਾ ਆਰਟ ਹੈ ਅਤੇ ਨਵੀਂ ਤੋਂ ਨਵੀਂ ਸਾਇੰਸ ਹੈ, ਅਤੇ ਇਹ ਸਾਰੀਆਂ ਸਾਇੰਸਿਸ ਦੀ ਕੁਈਨ ਹੈ, ਸਾਰੀਆਂ ਸੋਸ਼ਲ ਸਾਇੰਸਿਸ ਦੀ ਕੁਈਨ ਹੈ। ਇਹ ਜਾਣਨ ਲਈ ਕਿ ਇਕਨੋਮਿਕਸ ਇੱਕ ਸਾਇੰਸ ਹੈ, ਪਹਿਲਾਂ ਇਹ ਜਾਣਨਾ ਹੋਏਗਾ ਕਿ ਸਾਇੰਸ ਦਾ ਮਤਲਬ ਕੀ ਹੁੰਦਾ ਹੈ। ਜੋ ਵਰਡ ਸਾਇੰਸ ਹੈ ਇਹ ਲੈਟਿਨ ਭਾਸ਼ਾ ਦੇ ਵਰਡ ਸਾਇਰ ਤੋਂ ਆਇਆ ਹੈ, ਡੈਰਾਈਵ ਕੀਤਾ ਗਿਆ, ਜਿਹਦਾ ਮਤਲਬ ਹੈ ਟੂ ਨੋ, ਪਤਾ ਕਰਨਾ। ਕਿਸੇ ਵੀ ਸਬਜੈਕਟ ਦੇ ਹਰ ਪੱਖ ਬਾਰੇ ਪਤਾ ਕਰਨਾ ਸਾਇੰਸ ਹੈ। ਸਾਇੰਸ ਨੂੰ ਆਪਾਂ ਸਿੰਪਲ ਵਰਡਸ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਨੌਲੇਜ ਦੀ ਸਿਸਟਮੈਟਿਕ ਬੋਡੀ ਹੈ ਜੋ ਕਿ ਰਿਲੇਸ਼ਨਸ਼ਿਪ ਦੱਸਦੀ ਹੈ ਕੋਜ਼ ਐਂਡ ਇਫੈਕਟਸ ਵਿੱਚ। ਇੱਕ ਸਾਇੰਟਿਸਟ ਨੇ ਜਿਨ੍ਹਾਂ ਨੇ ਸਾਇੰਸ ਨੂੰ ਇਸ ਤਰ੍ਹਾਂ ਡਿਫਾਈਨ ਕੀਤਾ ਕਿ ਸਾਇੰਸ ਉਹ ਉਸ ਤਰ੍ਹਾਂ ਸਬਜੈਕਟ ਹੈ ਜਿਵੇਂ ਕਿ ਇੱਟਾਂ ਨਾਲ ਘਰ ਬਣਿਆ ਹੁੰਦਾ ਹੈ, ਪਰ ਕਿਉਂਕਿ ਇੱਟਾਂ ਦੇ ਇਕੱਠ ਨੂੰ ਆਪਾਂ ਮਕਾਨ ਨਹੀਂ ਕਹਿ ਸਕਦੇ, ਉਸੇ ਤਰ੍ਹਾਂ ਸਿਰਫ ਫੈਕਟਸ ਦੇ ਇਕੱਠ ਨੂੰ ਆਪਾਂ ਮਕਾਨ ਨਹੀਂ ਕਵਾਂਗੇ। ਫੈਕਟਸ ਨੂੰ ਸਾਇੰਟੀਫਿਕਲੀ ਸਿਸਟਮੈਟਿਕਲੀ ਅਗਰ ਉਹਨਾਂ ਨੂੰ ਸੈੱਟ ਕੀਤਾ ਜਾਏਗਾ ਫਿਰ ਹੀ ਉਹ ਸਾਇੰਸ ਦੇ ਅੰਡਰ ਆਏਗੀ, ਫਿਰ ਹੀ ਉਹ ਰਿਲੇਸ਼ਨਸ਼ਿਪ ਦੱਸੇਗੀ ਕੋਜ਼ ਐਂਡ ਇਫੈਕਟ ਦੀ। ਹੁਣ ਕੋਜ਼ ਐਂਡ ਇਫੈਕਟ ਦੀ ਇਕਨੋਮਿਕਸ ਵਿੱਚ ਕੀ ਐਗਜ਼ਾਮਪਲ ਹੈ। ਮੰਨ ਲਓ ਕਿ ਪ੍ਰਾਈਸਿਸ ਵੱਧ ਰਹੇ ਨੇ, ਪ੍ਰਾਈਸਿਸ ਵਧਣ ਨਾਲ ਉਹਦਾ ਡਿਮਾਂਡ 'ਤੇ ਕੀ ਅਸਰ ਹੋਏਗਾ, ਡਿਮਾਂਡ ਘਟਣ ਲੱਗ ਜਾਏਗੀ। ਸੋ ਇੱਥੇ ਕੋਜ਼ ਕੀ ਹੈ, ਪ੍ਰਾਈਸਿਸ ਦਾ ਵਧਣਾ, ਅਤੇ ਉਹਦਾ ਇਫੈਕਟ ਕੀ ਹੋਇਆ, ਡਿਮਾਂਡ ਘਟ ਰਹੀ ਹੈ। ਇਸ ਲਈ ਆਪਾਂ ਸਾਇੰਸ ਨੂੰ ਇਸ ਲਈ ਆਪਾਂ ਇਕਨੋਮਿਕਸ ਨੂੰ ਸਾਇੰਸ ਦਾ ਦਰਜਾ ਦੇ ਸਕਦੇ ਹਾਂ। ਸੋ ਅੱਗੇ ਦੇਖਦੇ ਹਾਂ ਕੀ ਕਰੈਕਟਰਿਸਟਿਕਸ ਨੇ ਜਿਨ੍ਹਾਂ 'ਤੇ ਖਰਾ ਉਤਰ ਕੇ ਇਕਨੋਮਿਕਸ ਨੂੰ ਸਾਇੰਸ ਕਿਹਾ ਜਾ ਸਕਦਾ ਹੈ ਜਾਂ ਕਿਹਾ ਜਾ ਰਿਹਾ ਹੈ। ਸੋ ਬੈਕਨ ਨੇ 4 ਪੁਆਇੰਟਸ ਦਿੱਤੇ ਨੇ ਜਿਨ੍ਹਾਂ ਵਿੱਚ ਉਹ ਗੱਲ ਕਰਦੇ ਨੇ ਅਗਰ ਕੋਈ ਵੀ ਸਬਜੈਕਟ ਇਹਨਾਂ 4 ਕਰੈਕਟਰਿਸਟਿਕਸ 'ਤੇ ਖਰਾ ਉਤਰ ਜਾਂਦਾ ਹੈ ਤਾਂ ਫਿਰ ਉਸ ਨੂੰ ਸਾਇੰਸ ਦਾ ਦਰਜਾ ਦਿੱਤਾ ਜਾ ਸਕਦਾ ਹੈ। ਉਹ ਨੇ ਆਬਜ਼ਰਵੇਸ਼ਨ ਆਫ ਫੈਕਟਸ, ਮੈਜ਼ਰਮੈਂਟ, ਐਕਸਪਲੇਨੇਸ਼ਨ, ਵੈਰੀਫਿਕੇਸ਼ਨ ਔਰ ਵੈਲਿਡਿਟੀ ਆਫ ਲਾਜ਼। ਇਹਨਾਂ ਬਾਰੇ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਆਬਜ਼ਰਵੇਸ਼ਨ ਆਫ ਫੈਕਟਸ ਹੁਣ ਇਕਨੋਮਿਕਸ ਵਿੱਚ ਕੀ ਹੈ। ਮੰਨ ਲਓ ਕਿ ਇਨਫਲੇਸ਼ਨ ਰੇਟ ਵੱਧ ਰਿਹਾ, ਮਹਿੰਗਾਈ ਵੱਧ ਰਹੀ ਹੈ, ਅਨਇੰਪਲੋਇਮੈਂਟ ਵੱਧ ਰਹੀ ਹੈ। ਇਕੋਨਮਿਸਟਸ ਜੋ ਬੈਠੇ ਨੇ, ਐਡਮਿਨਿਸਟ੍ਰੇਸ਼ਨ ਵਿੱਚ ਬੈਠੇ ਨੇ, ਉਹ ਕੀ ਓਬਜ਼ਰਵ ਕਰ ਰਹੇ ਨੇ ਕਿ ਹਾਂ ਇਨਫਲੇਸ਼ਨ ਰੇਟ ਵੱਧ ਰਿਹਾ ਹੈ, ਵਰਲਡ ਇਕੋਨਮੀ 'ਤੇ ਵੱਧ ਰਿਹਾ ਜਾਂ ਫਿਰ ਸਿਰਫ ਆਪਣੀ ਕੰਟਰੀ ਵਿੱਚ ਵੱਧ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਉਹ ਓਬਜ਼ਰਵ ਕਰਦੇ ਨੇ, ਉਹ ਦੇਖਦੇ ਨੇ ਕਿ ਕਿਉਂ ਵੱਧ ਰਿਹਾ, ਕੀ ਰੀਜ਼ਨਸ ਨੇ, ਕਿ ਇੰਡਸਟਰੀਅਲ ਏਰੀਆ ਅੱਛਾ ਨਹੀਂ ਕੰਮ ਕਰ ਰਿਹਾ, ਕਿ ਐਗਰੀਕਲਚਰ ਦਾ ਅੱਛਾ ਇਫੈਕਟ ਨਹੀਂ ਪੈ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਓਬਜ਼ਰਵ ਕਰਦੇ ਨੇ। ਨੈਕਸਟ ਹੈ ਮੈਜ਼ਰਮੈਂਟ। ਕਿਸੇ ਵੀ ਸਬਜੈਕਟ ਵਿੱਚ ਮੈਜ਼ਰਮੈਂਟ ਅਗਰ ਹੋਏਗੀ ਤਾਂ ਉਸ ਨੂੰ ਸਾਇੰਸ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਕਨੋਮਿਕਸ ਵਿੱਚ ਵੀ ਮੈਜ਼ਰਮੈਂਟਸ ਹੁੰਦੀਆਂ ਨੇ। ਅਗਰ ਉਸੇ ਤਰ੍ਹਾਂ ਅਗਰ ਅਨਇੰਪਲੋਇਮੈਂਟ ਰੇਟ ਵੱਧ ਰਿਹਾ ਹੈ ਜਾਂ ਫਿਰ ਮਹਿੰਗਾਈ ਵੱਧ ਰਹੀ ਹੈ ਤਾਂ ਉਹਦੀ ਮੈਜ਼ਰਮੈਂਟ ਹੋਏਗੀ ਕਿ ਕਿਸ ਰੇਟ ਨਾਲ ਵੱਧ ਰਹੀ ਹੈ, ਕਿੰਨਾ ਉਹਦਾ ਗਰੋਥ ਰੇਟ ਹੈ, ਕੀ ਉਹ ਨੈਗੇਟਿਵ ਰੇਟ ਨਾਲ ਵੱਧ ਰਹੀ ਹੈ, ਕੀ ਉਹ ਪੋਜ਼ੀਟਿਵ ਰੇਟ ਨਾਲ ਵੱਧ ਰਹੀ ਹੈ, ਕੀ ਗ੍ਰਾਫ ਚੱਲ ਰਿਹਾ ਹੈ। ਸੋ ਇਹ ਸਾਰੀਆਂ ਮੈਜ਼ਰਮੈਂਟਸ ਇਕੋਨਮਿਸਟਸ ਕਰਦੇ ਨੇ। ਇਸ ਕਰਕੇ ਇਸ ਪੁਆਇੰਟ 'ਤੇ ਵੀ ਇਕਨੋਮਿਕ ਸਾਇੰਸ ਓਨਲੀ ਖਰਾ ਉਤਰਦੀ ਹੈ। ਥਰਡ ਹੈ ਐਕਸਪਲੇਨੇਸ਼ਨ। ਕਿਸੇ ਵੀ ਸਬਜੈਕਟ ਨੂੰ ਸਾਇੰਸ ਸਾਬਿਤ ਕਰਨ ਲਈ ਉਹਦੇ ਅੰਦਰ ਐਕਸਪਲੇਨੇਸ਼ਨਸ ਹੁੰਦੀਆਂ ਨੇ। ਮੰਨ ਲਓ ਕਿ ਗ੍ਰੈਵਿਟੀ ਦਾ ਜੋ ਲੋ ਹੈ ਉਸ ਨੂੰ ਐਕਸਪਲੇਨ ਕੀਤਾ ਗਿਆ ਕਿ ਹਾਂ ਜਿੰਨੀ ਵਾਰੀ ਚੀਜ਼ ਨੂੰ ਉੱਪਰ ਸੱਟਾਂਗੇ ਉਨੀ ਵਾਰੀ ਉਹ ਥੱਲੇ ਆਏਗੀ, ਇੱਥੇ ਲਾ ਆਫ ਗ੍ਰੈਵਿਟੀ ਲੱਗਦਾ ਹੈ। ਉਸੇ ਤਰ੍ਹਾਂ ਇਹ ਦੱਸਣਾ ਇਕੋਨਮਿਸਟਸ ਦੁਆਰਾ ਕਿ ਪ੍ਰਾਈਸਿਸ ਕਿਉਂ ਵੱਧ ਰਹੇ ਨੇ, ਅਨਇੰਪਲੋਇਮੈਂਟ ਕਿਉਂ ਵੱਧ ਰਹੀ ਹੈ, ਕਿ ਉਹਦਾ ਇੰਨਾ ਰੇਟ ਕਿਉਂ ਜਾ ਰਿਹਾ, ਉਹਨਾਂ ਚੀਜ਼ਾਂ ਬਾਰੇ ਐਕਸਪਲੇਨ ਕਰਕੇ ਜਦੋਂ ਦੱਸਿਆ ਜਾਂਦਾ ਹੈ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕਰਨਾ ਪੈਂਦਾ ਹੈ। ਉਹਨਾਂ ਦੇ ਜੋ ਗਵਰਨਮੈਂਟਲੀ ਜੋ ਉਹਨਾਂ ਦਾ ਡਾਟਾ ਨਿਕਲਦਾ ਹੈ, ਐਕਸਪਲੇਨੇਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਕਿ ਕਿਉਂ ਵੱਧ ਰਿਹਾ, ਕੀ ਰੀਜ਼ਨਸ ਨੇ, ਕਿ ਇਹਦੇ ਇਫੈਕਟ ਪੈ ਰਹੇ ਨੇ ਇਕੋਨਮੀ 'ਤੇ, ਕਿ ਇਹਦੇ ਆਮ ਪਬਲਿਕ 'ਤੇ ਇਫੈਕਟ ਪੈ ਰਹੇ ਨੇ। ਸੋ ਐਕਸਪਲੇਨੇਸ਼ਨ ਵੀ ਹੁੰਦੀ ਹੈ ਉਹਨਾਂ ਫੈਕਟਸ ਦੀ। ਇਸ ਕਰਕੇ ਇਸ ਪੁਆਇੰਟ 'ਤੇ ਵੀ ਇਕਨੋਮਿਕ ਸਾਇੰਸ ਓਨਲੀ ਖਰਾ ਉਤਰਦਾ ਹੈ। ਉਸੇ ਤਰ੍ਹਾਂ ਅੱਗੇ ਆਪਾਂ ਗੱਲ ਕਰਦੇ ਹਾਂ ਵੈਰੀਫਿਕੇਸ਼ਨ ਔਰ ਵੈਲਿਡਿਟੀ ਆਫ ਲਾਜ਼ ਦੀ। ਇਕੋਨਮਿਕਸ ਵਿੱਚ ਵੀ ਇਹੋ ਜਿਹੇ ਲਾਜ਼ ਨੇ ਜਾਂ ਇਹੋ ਜਿਹੇ ਜੋ ਗੱਲਾਂ ਹੈਗੀਆਂ ਨੇ ਜੋ ਕਿ ਆਲਰੇਡੀ ਵੈਰੀਫਾਈਡ ਹੋਈਆਂ ਹੋਈਆਂ। ਜਿਵੇਂ ਲਾ ਆਫ ਡਿਮਾਂਡ ਦੀ ਆਪਾਂ ਗੱਲ ਕੀਤੀ, ਲਾ ਆਫ ਡਿਮਾਂਡ ਵੈਰੀਫਾਈਡ ਹੈ ਕਿ ਜਿੰਨੀ ਵਾਰੀ ਵੀ ਪ੍ਰਾਈਸਿਸ ਵਧਣਗੇ ਉਨੀ ਵਾਰੀ ਉਹਦੀ ਡਿਮਾਂਡ ਘਟੇਗੀ। ਸੋ ਹੋ ਸਕਦਾ ਇਹਦੇ ਵਿੱਚ ਕੁਝ ਐਕਸੈਪਸ਼ਨਸ ਹੋਣ ਪਰ ਫਿਰ ਵੀ ਇਹ ਯੂਨੀਵਰਸਲ ਹੈ। ਜ਼ਿਆਦਾਤਰ ਚੀਜ਼ਾਂ 'ਤੇ ਲਾ ਲੱਗਦਾ ਹੈ ਕਿ ਕਿਸੇ ਵੀ ਚੀਜ਼ ਦੇ ਅਗਰ ਪ੍ਰਾਈਸਿਸ ਵੱਧ ਜਾਂਦੇ ਨੇ ਤਾਂ ਉਹਦੀ ਡਿਮਾਂਡ ਘਟਣੀ ਸ਼ੁਰੂ ਹੋ ਜਾਂਦੀ ਹੈ।
ਸੋ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਕਨੋਮਿਕਸ ਸੋਸ਼ਲ ਸਾਇੰਸ ਹੈ ਜਾਂ ਫਿਰ ਨੈਚੁਰਲ ਸਾਇੰਸ ਹੈ। ਜੋ ਪ੍ਰੋਫੈਸਰ ਸੈਲੇਮੈਨ ਨੇ ਉਹ ਕਹਿੰਦੇ ਨੇ ਕਿ ਸਾਇੰਸ ਦੀਆਂ ਦੋ ਬ੍ਰਾਂਚਿਸ ਨੇ, ਸੋਸ਼ਲ ਸਾਇੰਸ ਤੇ ਨੈਚੁਰਲ ਸਾਇੰਸ। ਉਹ ਕਹਿੰਦੇ ਨੇ ਇਕਨੋਮਿਕਸ ਇੱਕ ਸੋਸ਼ਲ ਸਾਇੰਸ ਹੈ ਕਿਉਂਕਿ ਇਕਨੋਮਿਕਸ ਹਿਊਮਨ ਬੀਇੰਗ ਨਾਲ ਡੀਲ ਕਰਦੀ ਹੈ। ਉਸ ਦੂਸਰੀ ਜਗ੍ਹਾ ਤੇ ਜੋ ਫਿਜ਼ਿਕਸ ਹੈ, ਕੈਮਿਸਟਰੀ ਹੈ, ਇਹ ਸਾਰੀਆਂ ਨੈਚੁਰਲ ਸਾਇੰਸਿਸ ਨੇ ਕਿਉਂਕਿ ਇਹ ਲਾਈਫਲੈਸ ਮੈਟਰਸ ਨਾਲ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ ਉਹਨਾਂ ਬਾਰੇ ਡਿਸਕਸ ਕਰਦੀਆਂ ਨੇ। ਸੋ ਇਕਨੋਮਿਕਸ ਇੱਕ ਸੋਸ਼ਲ ਸਾਇੰਸ ਹੈ ਕਿਉਂਕਿ ਹਿਊਮਨ ਬੀਇੰਗ ਦੇ ਵੈਲਫੇਅਰ ਬਾਰੇ ਗੱਲ ਕਰਦੀ ਹੈ, ਕਿਸ ਤਰ੍ਹਾਂ ਉਸਦੇ ਵੈਲਫੇਅਰ ਨੂੰ ਇਨਕਰੀਜ਼ ਕੀਤਾ ਜਾ ਸਕਦਾ ਹੈ ਉਸ ਬਾਰੇ ਗੱਲ ਕਰਦੀ ਹੈ, ਸਾਰੇ ਹਿਊਮੈਨਿਟੀ ਤੇ ਗੱਲ ਕਰਦੀ ਹੈ। ਇਸ ਕਰਕੇ ਇਕਨੋਮਿਕਸ ਨੂੰ ਸੋਸ਼ਲ ਸਾਇੰਸ ਦਾ ਦਰਜਾ ਦਿੱਤਾ ਗਿਆ ਹੈ। ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਇਕਨੋਮਿਕਸ ਕਿਉਂ ਸੋਸ਼ਲ ਸਾਇੰਸ ਹੈ ਅਤੇ ਕਿਉਂ ਇਹ ਨੈਚੁਰਲ ਸਾਇੰਸ ਨਹੀਂ ਹੈ। ਸੋ ਅੱਗੇ ਆਪਾਂ ਦੇਖਦੇ ਹਾਂ ਕਿ ਇਕਨੋਮਿਕਸ ਕਿਉਂ ਸੋਸ਼ਲ ਸਾਇੰਸ ਹੈ। ਇਕਨੋਮਿਕਸ ਦੇ ਅੰਦਰ ਸਿਸਟਮੈਟਿਕ ਸਟੱਡੀ ਹੁੰਦੀ ਹੈ, ਇਸ ਕਰਕੇ ਇਸ ਨੂੰ ਸੋਸ਼ਲ ਸਾਇੰਸ ਕਿਹਾ ਜਾਂਦਾ ਹੈ। ਕਿਸ ਤਰ੍ਹਾਂ ਜੋ ਕੰਜ਼ੰਪਸ਼ਨ ਹੈ, ਪ੍ਰੋਡਕਸ਼ਨ ਹੈ, ਐਕਸਚੇਂਜ ਹੈ, ਕਿਸ ਤਰ੍ਹਾਂ ਜਾਇਦਾਦ ਨਾਲ ਰਿਲੇਟਡ ਨੇ, ਇੱਕ ਸਿਸਟਮੈਟਿਕ ਸਟੱਡੀ ਹੈ, ਇਸ ਕਰਕੇ ਇਸ ਨੂੰ ਸੋਸ਼ਲ ਸਾਇੰਸ ਕਿਹਾ ਜਾਂਦਾ ਹੈ। ਨੈਕਸਟ ਹੈ ਸਾਇੰਟੀਫਿਕ ਲਾਜ਼, ਜਿਵੇਂ ਕਿ ਲਾ ਆਫ ਗ੍ਰੈਵਿਟੀ ਹੈ, ਇਹ ਵੈਰੀਫਾਈਡ ਲਾਅ ਹੈ। ਉਸੇ ਤਰ੍ਹਾਂ ਹੀ ਲਾ ਆਫ ਡਿਮਾਂਡ, ਲਾ ਆਫ ਸਪਲਾਈ, ਇਹ ਸਾਇੰਟੀਫਿਕ ਲਾਜ਼ ਨੇ, ਇਹਨਾਂ ਨੂੰ ਸਟੱਡੀ ਕੀਤਾ ਜਾਂਦਾ ਹੈ। ਇਹ ਰਿਐਲਿਟੀ 'ਚੋਂ ਲਈਆਂ ਗਈਆਂ ਚੀਜ਼ਾਂ ਨੇ, ਕੁਝ ਅਜ਼ੰਪਸ਼ਨਸ ਨੇ ਜਿਨ੍ਹਾਂ ਨੂੰ ਵੈਰੀਫਾਈਡ ਕੀਤਾ ਗਿਆ। ਇਹ ਅਸਲ ਵਿੱਚ ਵੇਖੀਆਂ ਗਈਆਂ, ਜੇ ਕਿਸੇ ਚੀਜ਼ ਨੂੰ ਆਪਾਂ ਜ਼ਿਆਦਾ ਅਗਰ ਯੂਜ਼ ਕਰ ਲੈਂਦੇ ਹਾਂ ਤਾਂ ਉਹਦੀ ਯੂਟਿਲਿਟੀ ਘਟਣ ਲੱਗ ਜਾਂਦੀ ਹੈ। ਮੰਨ ਲਓ ਤੁਹਾਨੂੰ ਭੁੱਖ ਲੱਗੀ ਸੀ, ਤੁਸੀਂ ਇੱਕ ਰੋਟੀ ਖਾਧੀ, ਤੁਹਾਨੂੰ ਹੋਰ ਥੋੜ੍ਹੀ ਭੁੱਖ ਲੱਗੀ, ਤੁਸੀਂ ਦੋ ਖਾਧੀਆਂ, ਫਿਰ ਜਿਵੇਂ ਜਿਵੇਂ ਤੁਸੀਂ ਰੋਟੀ ਦੀ ਮਾਤਰਾ ਵਧਾਉਂਦੇ ਜਾਓਗੇ ਤੁਹਾਡੀ ਜੋ ਰੋਟੀ ਦੀ ਯੂਟਿਲਿਟੀ ਹੈ, ਉਹਦਾ ਯੂਜ਼ ਕਰਨ ਦੀ ਮਾਤਰਾ ਉਹ ਘਟਦੀ ਜਾਏਗੀ। ਸੋ ਇਹ ਵੈਰੀਫਾਈਡ ਲਾਜ਼ ਨੇ, ਇਸ ਕਰਕੇ ਇਕਨੋਮਿਕਸ ਦੇ ਅੰਦਰ ਸਾਇੰਟੀਫਿਕ ਲਾਅ ਲੱਗਦੇ ਨੇ, ਜਿਸ ਕਰਕੇ ਇਸ ਨੂੰ ਸੋਸ਼ਲ ਸਾਇੰਸਿਸ ਕਿਹਾ ਗਿਆ ਹੈ। ਉਸ ਤੋਂ ਬਾਅਦ ਹੈ ਵੈਲਿਡਿਟੀ ਆਫ ਲਾਜ਼। ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਅਗਰ ਅਜ਼ੰਪਸ਼ਨਸ ਨੇ ਅਗਰ ਉਹ ਵੈਰੀਫਾਈਡ ਹੋ ਜਾਂਦੀਆਂ ਨੇ ਜਾਂ ਜੋ ਪ੍ਰੈਡਿਕਸ਼ਨਸ ਲਈਆਂ ਗਈਆਂ ਨੇ ਕਿ ਮੰਨ ਲਓ ਕਿ ਹੁਣ ਇਕੋਨਮਿਸਟ ਕਹਿ ਦੇਣ ਕਿ ਅਗਲੇ ਇੰਨੇ ਮਹੀਨਿਆਂ ਵਿੱਚ ਇੰਨੀ GDP ਹੋ ਜਾਏਗੀ ਇੰਡੀਆ ਦੀ, ਤਾਂ ਉਸ ਨੂੰ ਵੈਰੀਫਾਈ ਕੀਤਾ ਜਾਏਗਾ। ਅਗਰ ਉਹ ਸੱਚ ਹੋ ਜਾਂਦੀ ਹੈ ਤਾਂ ਉਹ ਵੈਰੀਫਾਈਡ ਹੋ ਜਾਏਗਾ ਕਿ ਕਿਉਂ ਇਕੋਨਮਿਸਟ ਨੇ ਕਿਹਾ ਸੀ ਕਿ ਇੰਨੀ GDP ਹੋ ਜਾਏਗੀ, ਉਹਨਾਂ ਨੇ ਜੋ ਪ੍ਰੈਡਿਕਟ ਕੀਤਾ ਸੀ ਉਹ ਕਿਉਂ ਸੱਚ ਹੋਇਆ। ਸੋ ਜੋ ਲਾਜ਼ ਉੱਥੇ ਲੱਗੇ ਹੋਣਗੇ ਉਹ ਵੈਰੀਫਾਈਡ ਹੋ ਜਾਣਗੇ। ਹੁਣ ਅੱਗੇ ਦੇਖਦੇ ਹਾਂ ਕਿ ਇਕਨੋਮਿਕਸ ਕਿਉਂ ਨੈਚੁਰਲ ਸਾਇੰਸ ਨਹੀਂ ਹੈ, ਕੀ ਕਾਰਨ ਹੈ ਕਿ ਇਕਨੋਮਿਕਸ ਨੂੰ ਨੈਚੁਰਲ ਸਾਇੰਸ ਦਾ ਦਰਜਾ ਨਹੀਂ ਦਿੱਤਾ ਗਿਆ। ਜੋ ਇਕੋਨਮਿਕਸ ਦੇ ਲਾ ਨੇ ਉਹ ਐਗਜ਼ੈਕਟ ਨਹੀਂ ਨੇ। ਹਾਂ, ਆਪਾਂ ਉੱਪਰ ਗੱਲ ਕੀਤੀ ਕਿ ਜੋ ਲਾ ਆਫ ਡਿਮਾਂਡ ਹੈ ਉਹ ਵੈਰੀਫਾਈਡ ਲਾ ਹੈ, ਪਰ ਤੁਸੀਂ ਦੇਖੋ ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿੱਥੇ ਕਈ ਇਹੋ ਜਿਹੇ ਜਗ੍ਹਾ ਹੋਣਗੀਆਂ, ਰੀਜਨ ਹੋਣਗੇ ਜਿੱਥੇ ਉਹ ਲਾਅ ਨਹੀਂ ਲੱਗੇਗਾ। ਜੋ ਲਾਅ ਆਫ ਡਿਮਾਂਡ ਹੈ, ਲਾਅ ਆਫ ਗ੍ਰੈਵਿਟੀ ਹੈ, ਯੂਨੀਵਰਸਲ ਹੈ। ਕਿਸੇ ਵੀ ਜਗ੍ਹਾ 'ਤੇ ਆਪਾਂ ਜਾਵਾਂਗੇ, ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਜਾਵਾਂਗੇ, ਆਪਾਂ ਨੂੰ ਪਤਾ ਲੱਗੇਗਾ ਕਿ ਅਗਰ ਆਪਾਂ ਕਿਸੇ ਵੀ ਚੀਜ਼ ਨੂੰ ਉੱਪਰ ਸੱਟਦੇ ਹਾਂ ਤਾਂ ਉਹ ਨੀਚੇ ਆਉਂਦੀ ਹੈ। ਲਾਅ ਆਫ ਗ੍ਰੈਵਿਟੀ ਐਗਜ਼ੈਕਟ ਲਾਅ ਹੈ, ਵੈਰੀਫਾਈਡ ਲਾਅ ਹੈ, ਉਸ ਨੂੰ ਟਰਾਈ ਕੀਤਾ ਗਿਆ, ਐਕਸਪੈਰੀਮੈਂਟਸ ਹੋਏ ਨੇ, ਉਹਦੇ 'ਤੇ ਰਿਸਰਚਿਸ ਹੋਈਆਂ ਨੇ। ਪਰ ਇਕਨੋਮਿਕਸ ਦਾ ਇਹ ਜੋ ਲਾਜ਼ ਨੇ ਉਹ ਕਿਤੇ ਕਿਤੇ ਉਹਦੇ ਵਿੱਚ ਐਕਸੈਪਸ਼ਨਸ ਹੋ ਜਾਂਦੀਆਂ ਨੇ। ਜਿਵੇਂ ਲਾਅ ਆਫ ਡਿਮਾਂਡ ਦੀਆਂ ਕਈ ਐਕਸੈਪਸ਼ਨਸ ਨੇ, ਅਗਰ ਸਬਸਟੀਟਿਊਟ ਗੁੱਡਸ ਨੇ ਤਾਂ ਉਹਦਾ ਅਲੱਗ ਇਫੈਕਟ ਪਏਗਾ। ਜੋ ਲਗਜ਼ਰੀ ਗੁੱਡਸ ਨੇ ਉਹਨਾਂ 'ਤੇ ਇਹਦਾ ਲਾਅ ਆਫ ਡਿਮਾਂਡ ਇਨਵਰਸਲੀ ਕੰਮ ਕਰਦਾ ਹੈ। ਅਗਰ ਉਹਨਾਂ ਦੇ ਰੇਟ ਵੱਧਦੇ ਨੇ ਤਾਂ ਉਹਨਾਂ ਦੀ ਡਿਮਾਂਡ ਵਧਣ ਲੱਗ ਜਾਂਦੀ ਹੈ। ਸੋ ਇਕਨੋਮਿਕਸ ਦੇ ਜੋ ਲਾਅ ਨੇ ਉਹ ਐਗਜ਼ੈਕਟ ਲਾਜ਼ ਨਹੀਂ ਹੈਗੇ, ਜਿਨ੍ਹਾਂ ਕਰਕੇ ਉਸਨੂੰ ਨੈਚੁਰਲ ਸਾਇੰਸ ਦਾ ਦਰਜਾ ਨਹੀਂ ਦਿੱਤਾ ਗਿਆ। ਉਸੇ ਤਰ੍ਹਾਂ ਨੈਕਸਟ ਵੀ ਸੇਮ ਪੁਆਇੰਟ ਹੈ ਕਿ ਯੂਨੀਵਰਸਲ ਲਾਜ਼ ਨਹੀਂ ਹੈਗੇ, ਕਿਸੇ ਜਗ੍ਹਾ 'ਤੇ ਅਲੱਗ ਨੇ, ਕਿਸੇ ਜਗ੍ਹਾ 'ਤੇ ਲਾਜ਼ ਆਫ ਰਿਟਰਨਸ ਲੱਗ ਰਿਹਾ ਹੈ, ਡਿਮਿਨਿਸ਼ਿੰਗ ਰਿਟਰਨਸ ਲੱਗ ਰਿਹਾ, ਕਿਤੇ ਨਹੀਂ ਲੱਗ ਰਿਹਾ। ਸੋ ਇਹ ਸਾਰੀਆਂ ਗੱਲਾਂ ਨੇ ਜੋ ਦੱਸਦੀਆਂ ਨੇ ਕਿ ਇਕਨੋਮਿਕਸ ਕਿਉਂ ਨੈਚੁਰਲ ਸਾਇੰਸ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਨੇ। ਅਗਰ ਸਾਇੰਟਿਸਟ ਨੇ ਜੋ ਸਾਇੰਟਿਸਟ ਨੇ ਉਹਨਾਂ ਦੇ ਜੋ ਆਪਸ ਵਿੱਚ ਓਪੀਨੀਅਨਸ ਹੁੰਦੇ ਨੇ ਕਿਸੇ ਸਬਜੈਕਟ ਨੂੰ ਲੈ ਕੇ, ਉਹ ਜ਼ਿਆਦਾ ਡਿਫਰ ਨਹੀਂ ਕਰਦੇ, ਪਰ ਇਕੋਨਮਿਸਟਸ ਦੇ ਜੋ ਪੁਆਇੰਟ ਆਫ ਵਿਊਜ਼ ਹੁੰਦੇ ਨੇ ਉਹ ਕਈ ਵਾਰ ਬਹੁਤ ਜ਼ਿਆਦਾ ਡਿਫਰ ਕਰ ਜਾਂਦੇ ਨੇ, ਬਹੁਤ ਜ਼ਿਆਦਾ ਡਿਫਰੈਂਟ ਹੁੰਦੇ ਨੇ। ਇਕਨੋਮਿਕਸ ਇਹੋ ਜਿਹਾ ਸਬਜੈਕਟ ਹੈ ਜਿਹਦੀ ਜਦੋਂ ਰਿਸਰਚ ਹੁੰਦੀ ਹੈ ਤਾਂ ਕੋਈ ਉਹਦੇ ਲਈ ਸਪੈਸ਼ਲ ਲੈਬੋਰੇਟਰੀ ਨਹੀਂ ਹੈ, ਕੋਈ ਸਪੈਸ਼ਲ ਮੇਜਰਮੈਂਟ ਰੋਡਸ ਨਹੀਂ ਹੈਗੀਆਂ ਜਿਨ੍ਹਾਂ ਤੋਂ ਇਹ ਮੈਜਰ ਕੀਤਾ ਜਾ ਸਕਦੇ। ਪੈਸੇ ਦੀ ਕੋਈ ਇੱਕ ਮੇਜਰਮੈਂਟ ਰੋਡ ਨਹੀਂ ਹੈਗੀ ਕਿ ਉਹਦੀ ਕੀਮਤ ਵੀ ਘਟਦੀ ਵੱਧਦੀ ਰਹਿੰਦੀ ਹੈ। ਸੋ ਇਹ ਕੁਝ ਗੱਲਾਂ ਨੇ ਜੋ ਉਹਨੂੰ ਨੈਚੁਰਲ ਸਾਇੰਸ ਦਾ ਦਰਜਾ ਨਹੀਂ ਦਿੰਦੀਆਂ। ਉਮੀਦ ਹੈ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ, ਤੁਹਾਨੂੰ ਮੇਰੀ ਵੀਡੀਓਜ਼ ਦਾ ਬੈਨੀਫਿਟ ਮਿਲ ਰਿਹਾ ਹੋਏਗਾ। ਅਗਰ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆ ਰਹੀਆਂ ਨੇ, ਤੁਹਾਨੂੰ ਕਨਸੈਪਟ ਕਲੀਅਰ ਹੋ ਰਹੇ ਨੇ, ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਪਲੀਜ਼ ਕਮੈਂਟ ਕਰੋ। ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਉਹਨਾਂ ਸਟੂਡੈਂਟਸ ਤੱਕ ਜ਼ਰੂਰ ਪਹੁੰਚੇ ਜੋ ਕਿ ਟਿਊਸ਼ਨ ਫੀਸ ਪੇ ਨਹੀਂ ਕਰ ਸਕਦੀਆਂ। ਥੈਂਕ ਯੂ।